ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਭਾਜਪਾ ਆਗੂਆਂ ਦੇ ਘਰਾਂ ਨੂੰ ਘੇਰਨ ਦੇ ਲਈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਾਲ ਦਿੱਤੀ ਗਈ ਸੀ। ਇਸ ਨੂੰ ਲੈ ਕੇ ਅੱਜ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵੀ ਭਾਜਪਾ ਨੇਤਾਵਾਂ ਦਾ ਘਰਾਂ ਨੂੰ ਅੱਗੇ ਕਿਸਾਨਾਂ ਨੇ ਘਿਰਾਓ ਕਰਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਇੱਥੇ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾਂ ਨੂੰ ਅੱਜ 1 ਸਾਲ ਪੂਰਾ ਹੋ ਚੁੱਕਿਆ ਹੈ ਤੇ 5 ਜੂਨ ਨੂੰ ਹੀ ਖੇਤੀ ਕਾਨੂੰਨਾਂ ਦੇ ਬਿੱਲ ਲਿਆਂਦੇ ਗਏ ਸਨ। ਇਸੇ ਤਹਿਤ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਕਿਸਾਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸੇ ਦੌਰਾਨ ਕਿਸਾਨਾਂ ਨੇ ਮੰਗ ਵੀ ਕੀਤੀ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜੋ ਹੈ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਕਿਸਾਨਾਂ ਨੇ ਪਹਿਲਾਂ ਵੀ ਰਣਨੀਤੀਆਂ ਬਣਾਈਆਂ ਸੀ। 26 ਮਈ ਨੂੰ ਕਿਸਾਨਾਂ ਨੇ ਕਾਲੇ ਝੰਡੇ ਲਹਿਰਾਏ ਸੀ, ਕਾਲੇ ਕੱਪੜੇ ਪਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਉਸੇ ਤਹਿਤ ਅੱਜ ਵੀ ਕਿਸਾਨਾਂ ਨੇ 5 ਜੂਨ ਨੂੰ 1 ਸਾਲ ਖੇਤੀ ਕਾਨੂੰਨਾਂ ਦਾ ਪੂਰਾ ਹੋਣ ਤੇ ਵਿਰੋਧ ਦੇ ਰੂਪ ਦੇ ਵਿੱਚ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਕਿਸਾਨਾਂ ਦਾ ਜੋ ਰੋਸ ਹੈ ਲਗਾਤਾਰ ਜਾਰੀ ਹੈ। ਤੇ ਇਸੇ ਮੁੱਦੇ ਤੇ ਵਧੇਰੀ ਚਰਚਾ ਕਰਨ ਦੇ ਲਈ ਸਾਡੇ ਨਾਲ ਕਿਸਾਨ ਆਗੂ ਨਿਰਮਲ ਸਿੰਘ ਜੁੜ ਚੁੱਕੇ ਨੇ। ਨਿਰਮਲ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ ਨਿਊਜ਼ ਦਾ। ਬਿਲਕੁਲ ਨਿਰਮਲ ਸਿੰਘ ਜੀ, ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਜੋ ਵਿਰੋਧ ਹੈ, ਰੋਸ ਹੈ, ਲਗਾਤਾਰ ਜਾਰੀ ਹੈ। 1 ਸਾਲ ਹੋ ਚੁੱਕਿਆ ਖੇਤੀ ਕਾਨੂੰਨਾਂ ਨੂੰ ਲਾਗੂ ਕੀਤੇ ਹੋਏ ਤੇ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੋਏ ਤੇ ਪਿਛਲੇ ਦਿਨੀ ਵੀ ਕਿਸਾਨਾਂ ਦਾ ਐਲਾਨ ਸੀ 26 ਮਈ ਨੂੰ ਕਾਲਾ ਦਿਨ ਮਨਾਇਆ ਗਿਆ ਸੀ, ਕਾਲੇ ਝੰਡੇ ਲਹਿਰਾਏ ਗਏ ਸੀ ਤੇ ਸੰਯੁਕਤ ਮੋਰਚੇ ਦੀ ਕਾਲ ਤੇ ਅੱਜ 1 ਸਾਲ ਪੂਰਾ ਹੋਣ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਕੀ ਲੱਗਦਾ ਇੰਨਾ ਸਭ ਕੁਝ ਕਰਨ ਤੋਂ ਬਾਅਦ ਕੇਂਦਰ ਸਰਕਾਰ ਤੇ ਦਬਾਅ ਬਣੇਗਾ? ਦੇਖੋ, ਦਬਾਅ ਤਾਂ ਜਿਹੜਾ ਉਹ ਬਣਨਾ ਲਾਜ਼ਮੀ ਹੀ ਹੈ। ਵੱਡੀ ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਚਾਹੁੰਦਾ ਉਹ ਇਹ ਹੈ ਵੀ 22 ਤਕਰੀਬਨ ਮਾਰਚ ਜਾਂ 23 ਮਾਰਚ ਤੋਂ ਜਿਹੜਾ ਉਹ ਕਰੋਨਾ ਦਾ ਬਹੁਤ ਵੱਡਾ ਪ੍ਰਕੋਪ ਮੰਨ ਕੇ ਗਵਰਨਮੈਂਟ ਨੇ ਟੋਟਲ ਜਿਹੜਾ ਉਹ ਲਾਕਡਾਊਨ ਕੀਤਾ ਸੀ ਜੀ। ਮਤਲਬ ਸਾਨੂੰ ਨਹੀਂ ਇਹ ਸਮਝ ਲੱਗਦੀ, ਕਿਸਾਨਾਂ ਨੂੰ ਹਲੇ ਤੱਕ ਨਾ ਦੇਸ਼ ਦੀ ਜਨਤਾ ਨੂੰ ਇਹ ਸਮਝ ਲੱਗੀ ਹੈ ਵੀ ਜਦੋਂ ਸਾਰੇ ਦੇਸ਼ ਮਹਾਮਾਰੀ ਦਾ ਇੱਕ ਪ੍ਰਕੋਪ ਇਹਨਾਂ ਨੇ ਬਣਾਇਆ ਹੋਇਆ ਸੀ, ਉਹਦੇ ਦੌਰਾਨ 5 ਜੂਨ ਨੂੰ ਸਾਰੇ ਇੰਡੀਆ ਨੂੰ ਬੰਦ ਕਰਕੇ ਕਾਨੂੰਨ ਪਾਸ ਕਰਨ ਦੀ ਲੋੜ ਕੀ ਸੀ, ਉਹ ਵੀ ਆਰਡੀਨੈਂਸ ਦੇ ਰੂਪ ਜੀ। ਜੇ ਆਰਡੀਨੈਂਸ ਦੇ ਰੂਪ ਚ ਪਾਸ ਕੀਤੇ ਨੇ 5 ਜੂਨ, ਅੱਜ 1 ਸਾਲ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਕਾਨੂੰਨ ਬਣਾਇਆ, ਧੱਕੇ ਤੋਂ ਰਾਜ ਸਭਾ ਪਾਸ ਕਰਵਾਇਆ ਜੀ। ਜਿਹੜਾ ਇੰਨਾ ਧੱਕਾ ਇਸ ਗਵਰਨਮੈਂਟ ਦਾ ਮਤਲਬ ਹੋਇਆ ਕਿਸਾਨਾਂ ਦੀ ਸਲਾਹ ਤੋਂ ਬਿਨਾਂ, ਕਿਸਾਨਾਂ ਦੀਆਂ ਕਮੇਟੀਆਂ ਤੋਂ ਨਹੀਂ ਪੁੱਛਿਆ ਗਿਆ, ਕਿਸਾਨ ਜਥੇਬੰਦੀਆਂ ਤੋਂ ਨਹੀਂ ਪੁੱਛਿਆ ਗਿਆ, ਕੋਈ ਡਿਸਕਸ਼ਨ ਨਹੀਂ ਹੋਈ ਜੀ ਲਾਕਡਾਊਨ ਦੇ ਦੌਰਾਨ। ਹੁਣ ਤਾਂ ਕਰਕੇ ਸਾਨੂੰ ਵੱਡੇ ਪੱਧਰ ਤੇ ਇਹਨੂੰ ਲੱਗਦਾ ਵੀ ਕੋਈ ਕਾਰਪੋਰੇਟ ਦਾ ਵੱਡਾ ਹੱਥ ਹੈ ਜਿਹਦੇ ਕਰਕੇ ਇੰਨੀ ਲੰਬੀ ਦੇਰ ਅਟਕਿਆ ਹੋਇਆ ਜੀ। ਨਹੀਂ ਤਾਂ ਦੇਸ਼ ਦੀ ਜਨਤਾ ਦਾ, ਦੇਸ਼ ਦੇ 70% ਕਿਸਾਨਾਂ ਦਾ ਜਿਹੜੀ ਆਵਾਜ਼ ਹੈ ਉਹ ਬੜੇ ਆਰਾਮ ਨਾਲ ਮੋਦੀ ਗਵਰਨਮੈਂਟ ਨੂੰ ਸੁਣਨੀ ਚਾਹੀਦੀ ਹੈ। ਬੰਗਾਲ ਤੋਂ ਤਾਂ ਬਹੁਤ ਕਿਸਾਨ ਕਾਫੀ ਸ਼ਿੱਦਤ ਕਰ ਰਹੇ ਨੇ, ਕਾਫੀ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਿ ਇੰਨਾ ਸਭ ਕੁਝ ਕਰਨ ਤੋਂ ਬਾਅਦ ਕੇਂਦਰ ਸਰਕਾਰ ਤੇ ਦਬਾਅ ਬਣੇਗਾ ਇਸ ਚੀਜ਼ ਦਾ। ਹਾਂ ਬਿਲਕੁਲ, ਮੈਂ ਗੱਲ ਉਹੀ ਕਰ ਰਿਹਾ ਸੀ ਜਿਹੜੀ ਥੋੜੀ ਜਿਹੀ ਅਧੂਰੀ ਰਹਿ ਗਈ ਸੀ ਵੀ ਇੰਨੇ ਵੱਡੇ ਪੱਧਰ ਤੇ ਹੁਣ ਜਿਹੜਾ ਪ੍ਰਦਰਸ਼ਨ ਹੈ, ਹੁਣ ਅੱਜ ਫਤਿਹਗੜ੍ਹ ਸਾਹਿਬ ਤੋਂ ਵੱਡਾ ਕਾਫਲਾ ਗਿਆ, ਪੂਰੇ ਬਲਾਕਾਂ ਚੋਂ ਕਾਫਲੇ ਜਾ ਰਹੇ ਨੇ। ਮੈਨੂੰ ਲੱਗਦਾ ਬਹੁਤ ਵੱਡੇ ਪੱਧਰ ਤੇ ਅਸਰ ਹੈ ਜਿਹੜਾ ਉਹ ਗਵਰਨਮੈਂਟ ਤੇ ਹੋਊਗਾ। ਛੇਤੀ ਤੁਹਾਨੂੰ ਰਿਜ਼ਲਟ ਹੈ ਜਿਹੜੇ ਇਹਦੇ ਦੇਖਣ ਨੂੰ ਮਿਲਣਗੇ। ਬਿਲਕੁਲ, ਇਸੇ ਮੁੱਦੇ ਤੇ ਹੋਰ ਵਧੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਕੁਲਦੀਪ ਸਿੰਘ ਵੀ ਜੁੜ ਚੁੱਕੇ ਨੇ। ਕੁਲਦੀਪ ਸਿੰਘ ਤੋਂ ਵੀ ਆਪਾਂ ਪੰਜਾਬ ਦੇ ਹਾਲਾਤ ਜਾਣ ਲੈਂਦੇ ਹਾਂ। ਕੁਲਦੀਪ, ਪੰਜਾਬ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਕਾਪੀਆਂ ਸਾੜੀਆਂ ਨੇ ਤੇ ਪੰਜਾਬ ਦੇ ਵਿੱਚ ਕੀ ਸਥਿਤੀ ਰਹੀ ਹੈ? ਪੰਜਾਬ ਦੇ ਵਿੱਚ ਕਈ ਏਰੀਆ ਦੇ ਵਿੱਚ ਅੰਮ੍ਰਿਤਸਰ ਕਹਿ ਲਓ ਜਾਂ ਮੁਕਤਸਰ ਕਹਿ ਲਓ, ਪੁਲਿਸ ਵੀ ਤੈਨਾਤ ਕੀਤੀ ਗਈ ਸੀ ਕਿ ਪੁਲਿਸ ਦੇ ਨਾਲ ਕਿਸਾਨਾਂ ਦਾ ਕੋਈ ਝੜਪ ਤਾਂ ਨਹੀਂ ਹੋਈ? ਦੇਖੋ, ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ, ਹਰ ਇੱਕ ਪਿੰਡ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਦੁਆਰਾ ਜਿਹੜੀਆਂ ਬਿਲਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਨੇ। ਉਸ ਤੋਂ ਬਾਅਦ ਜਿਸ ਤਰੀਕੇ ਨਾਲ ਤੁਸੀਂ ਗੱਲ ਕਰੀ ਹੈ ਕਿ ਅੰਮ੍ਰਿਤਸਰ ਸਾਹਿਬ ਜਾਂ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ, ਪਰ ਫਿਲਹਾਲ ਜਿਹੜਾ ਹੈਗਾ ਪੁਲਿਸ ਦੁਆਰਾ ਕਿਸਾਨਾਂ ਨਾਲ ਕੋਈ ਜਿਹੜਾ ਹੈਗਾ ਝੜਪ ਦੀ ਗੱਲਬਾਤ ਜਾਂ ਕੋਈ ਹੋਰ ਇਸ ਤਰੀਕੇ ਦੀ ਘਟਨਾ ਦੀ ਖਬਰ ਨਹੀਂ ਸੁਣੀ ਹੈਗੀ। ਤੇ ਪਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਅੱਜ ਦਾ ਜਿਹੜਾ ਦਿਨ ਹੈਗਾ ਸ਼ਾਂਤੀ ਨਾਲ ਵਿਰੋਧ ਪ੍ਰਦਰਸ਼ਨ ਕਿਸਾਨ ਕਰਦੇ ਹੋਏ ਨਜ਼ਰ ਆਏ। ਬਿਲਕੁਲ, ਜੇ ਗੱਲ ਕਰੀਏ ਕਰੋਨਾ ਕਾਲ ਦੀ ਤਾਂ ਕਰੋਨਾ ਕਾਲ ਦੇ ਵਿੱਚ ਸਰਕਾਰ ਦੇ ਵੱਲੋਂ ਇਹ ਪਾਬੰਦੀਆਂ ਵੀ ਸੀ ਕਿ ਇਕੱਠ ਤੇ ਰੋਕ ਲਗਾਈ ਗਈ ਸੀ ਤੇ ਕਿਸਾਨਾਂ ਦੇ ਵੱਲੋਂ ਕਿਤੇ ਨਾ ਕਿਤੇ ਕਰੋਨਾ ਨਿਯਮਾਂ ਦੀ ਵੀ ਉਲੰਘਣਾ ਹੋਈ ਹੈ, ਕਿਉਂਕਿ ਅੱਜ ਪੰਜਾਬ ਦੇ ਵਿੱਚ ਭਾਰੀ ਇਕੱਠ ਸੀ ਕਿ ਕਰੋਨਾ ਨਿਯਮਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਜਾਂ ਪੁਲਿਸ ਦੇ ਵੱਲੋਂ ਕੋਈ ਕਿਸਾਨਾਂ ਤੇ ਕਾਰਵਾਈ ਤਾਂ ਨਹੀਂ ਹੋਈ?
ਜੇਕਰ ਕਰੋਨਾ ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਕੱਲ੍ਹ ਹੀ ਜਿਹੜਾ ਹੈਗਾ ਗਾ ਆਮ ਆਦਮੀ ਪਾਰਟੀ ਦੇ ਜਿਹੜਾ ਹੈਗਾ ਵਿਧਾਇਕਾਂ ਨੇ ਕੋਈ ਪ੍ਰੋਟੈਸਟ ਕਰਿਆ ਸੀ ਲੰਬੀ ਹਲਕੇ ਦੇ ਵਿੱਚ, ਤਾਂ ਉੱਥੇ ਉਹਨਾਂ ਦੇ ਉੱਪਰ ਉਹਨਾਂ ਦੇ ਸਮਰਥਕਾਂ ਸਮੇਤ 120 ਜਿਹੜਾ ਹੈਗਾ ਅਣਗਿਣਤ ਵਿਅਕਤੀਆਂ ਦੇ ਉੱਪਰ ਪ੍ਰਸ਼ਾਸਨ ਦੁਆਰਾ FIR ਦਰਜ ਕੀਤੀ ਗਈ ਸੀ। ਪਰ ਅੱਜ ਕਿਸਾਨਾਂ ਦਾ ਜਿਹੜਾ ਹੈਗਾ ਇਹ ਪ੍ਰੋਟੈਸਟ ਨੂੰ ਲੈ ਕੇ ਇਸ ਤਰੀਕੇ ਦੀ ਕੋਈ ਵੀ ਘਟਨਾ ਪੰਜਾਬ ਦੇ ਵਿੱਚ ਵੇਖਣ ਨੂੰ ਨਹੀਂ ਮਿਲੀ ਹੈ, ਕਿਤੇ ਵੀ ਪੁਲਿਸ ਦੁਆਰਾ ਇਸ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਗਈ। ਜੀ ਕੁਲਦੀਪ, ਬਹੁਤ ਬਹੁਤ ਧੰਨਵਾਦ ਤੁਹਾਡਾ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਤੇ ਵਧਦੇ ਹਾਂ ਨਿਰਮਲ ਸਿੰਘ ਜੀ ਦੇ ਵੱਲ। ਨਿਰਮਲ ਸਿੰਘ ਜੀ, ਕੁਲਦੀਪ ਦਾ ਕਹਿਣਾ ਹੈ ਕਿ ਕਿਸਾਨਾਂ ਤੇ ਉੱਤੇ ਅੱਜ ਕੋਈ ਵੀ ਕਾਰਵਾਈ ਨਹੀਂ ਹੋਈ, ਹਾਲਾਂਕਿ ਬੀਤੇ ਦਿਨੀ ਆਪ ਪਾਰਟੀ ਦੇ ਆਗੂਆਂ ਤੇ ਕਾਰਵਾਈ ਹੋਈ ਸੀ। ਜੇ ਕੀ ਲੱਗਦਾ ਕਿ ਕਿਸਾਨਾਂ ਦਾ ਫਿਰ ਪ੍ਰਸ਼ਾਸਨ ਤੇ ਇਸ ਚੀਜ਼ ਦਾ ਦਬਾਅ ਹੈ? ਨਹੀਂ, ਦਬਾਅ ਨਹੀਂ ਜੀ, ਕਿਸਾਨ ਆਪਣੇ ਹੱਕ ਲਈ ਲੜ ਰਹੇ ਨੇ। ਆਮ ਆਦਮੀ ਪਾਰਟੀ ਹੈ ਜਿਹੜੀ, ਉਹ ਹੋ ਸਕਦਾ ਆਪਣੇ ਰਾਜਨੀਤਿਕ ਕੈਰੀਅਰ ਲਈ ਲੜ ਰਹੀ ਹੋਵੇ, ਇਹ ਤਾਂ ਆਪਣੇ ਜਾਨ ਮਾਲ ਦੀ ਰਖਵਾਲੀ ਲਈ, ਆਪਣੇ ਰੁਜ਼ਗਾਰ ਲਈ, ਆਪਣੇ ਪੇਟ ਲਈ ਤੇ ਇਸ ਦੇਸ਼ ਦੀ ਜਨਤਾ ਲਈ ਲੜ ਰਹੇ ਨੇ। ਮੈਨੂੰ ਨਹੀਂ ਲੱਗਦਾ ਵੀ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਜਿਹੜਾ ਉਹ ਇਹਦੇ 'ਚ ਇਨਵੋਲਵ ਨਾ ਹੋਵੇ। ਕੇਂਦਰ ਸਰਕਾਰ ਨੇ ਜੋ ਬਿੱਲ ਲਾਗੂ ਕੀਤੇ ਸੀ ਉਹਨਾਂ ਨੂੰ 1 ਸਾਲ ਪੂਰਾ ਹੋ ਚੁੱਕਿਆ ਤੇ ਉਸ ਦੇ ਰੋਸ ਦੇ ਵਿੱਚ ਹੀ ਕਿਸਾਨਾਂ ਨੇ ਅੱਜ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਨੇ। ਤੇ ਨਿਰਮਲ ਸਿੰਘ ਜੀ, ਮੇਰਾ ਅਗਲਾ ਸਵਾਲ ਤੁਹਾਨੂੰ ਇਹ ਹੈ ਕਿ ਜਿਸ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਦੇ ਵਿੱਚ ਕਿਸਾਨਾਂ ਨੇ ਉੱਥੇ ਪ੍ਰਚਾਰ ਕੀਤਾ, ਵੱਧ ਚੜ ਕੇ ਕੇਂਦਰ ਸਰਕਾਰ ਦਾ, ਕਹਿ ਲਓ BJP ਸਰਕਾਰ ਦਾ ਵਿਰੋਧ ਕੀਤਾ, ਕਿ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦਾ ਕੋਈ ਪ੍ਰਚਾਰ ਕੀਤਾ ਜਾਵੇਗਾ? ਦੇਖੋ ਜੀ, ਬਿਲਕੁਲ ਸੰਯੁਕਤ ਮੋਰਚੇ ਦੀ ਕਾਲ ਹੈ ਵੀ ਜਦੋਂ ਤੱਕ ਇਹ ਕਾਨੂੰਨ ਹੈ ਜਿਹੜੇ ਰੱਦ ਨਹੀਂ ਹੋ ਜਾਂਦੇ, ਜਿੱਥੇ ਵੀ BJP ਲੜੂਗੀ, ਜਿੱਥੇ ਵੀ BJP ਖੜੂਗੀ, ਉਹਦਾ ਵੱਡੇ ਪੱਧਰ ਤੇ ਜਿਹੜਾ ਵਿਰੋਧ ਕੀਤਾ ਜਾਊਗਾ। ਸੰਯੁਕਤ ਮੋਰਚਾ ਆਪਣੇ ਆਪ ਦੇ ਵਿੱਚ ਐਲਾਨ ਹੈ ਵੀ ਕੋਈ ਚੋਣਾਂ ਨਹੀਂ ਲੜੂਗਾ, ਪਰ ਉਹ BJP ਦੇ ਐਂਟੀ ਪ੍ਰਚਾਰ ਕਰੂਗਾ ਵੀ BJP ਨੂੰ ਵੋਟ ਨਹੀਂ ਪਾਉਣੀ। ਹੋਰ ਤੁਸੀਂ ਜਿਸ ਪਾਰਟੀ ਨੂੰ ਹੈ ਜਿਹੜੀ ਚੁਣਨਾ ਚਾਹੋ ਤਾਂ ਚੁਣ ਸਕਦੇ ਹੋ, ਪਰ BJP ਨੂੰ ਵੋਟ ਨਹੀਂ ਪਾਉਣੀ। ਇਹਦੇ ਐਂਟੀ ਪ੍ਰਚਾਰ 2022 'ਚ ਵੀ ਹੋਊਗਾ ਤੇ 2024 'ਚ ਵੀ ਹੋਊਗਾ। ਬਿਲਕੁਲ। ਤੇ ਕੋਈ ਕਿਸਾਨਾਂ ਦੇ ਵੱਲੋਂ ਕੋਈ ਐਲਾਨ ਹੋਵੇ, ਕੋਈ ਪਾਰਟੀ ਕਿਸਾਨਾਂ ਦੇ ਵੱਲੋਂ ਵੀ ਕੋਈ ਰਾਜਨੀਤੀ ਦੇ ਵਿੱਚ ਆ ਰਹੀ ਹੈ? ਨਹੀਂ, ਦੇਖੋ, ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਸੰਯੁਕਤ ਮੋਰਚੇ ਵੱਲੋਂ ਕੰਬਾਈਨ ਤੌਰ ਤੇ ਬਿਆਨ ਦਿੱਤਾ ਗਿਆ ਵੀ ਸੰਯੁਕਤ ਮੋਰਚਾ ਆਪਣੇ ਆਪ ਦੇ ਵਿੱਚ 3 ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਬਣਿਆ। ਇਹ ਰਾਜਨੀਤਿਕ ਪਾਰਟੀ ਦੇ ਰੂਪ 'ਚ ਕਦੇ ਨਹੀਂ ਆਊਗਾ, ਨਾ ਰਾਜਨੀਤਿਕ ਤੌਰ ਤੇ ਇਹਨੇ ਕਦੇ ਆਪਣੀ ਪਾਰਟੀ ਬਣਾ ਕੇ ਕੋਈ ਚੋਣਾਂ ਲੜਨੀਆਂ ਨੇ। ਹਾਂ, BJP ਦਾ ਵਿਰੋਧ ਹੈ ਜਿਹੜਾ ਰਾਜਨੀਤਿਕ ਤੌਰ ਤੇ ਸਦਾ ਜਾਰੀ ਰਹੂ। ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਦਾ 2022 ਦੀਆਂ ਵਿਧਾਨ ਸਭਾ ਦੇ ਵਿੱਚ ਪੂਰੇ ਤੌਰ ਤੇ ਵਿਰੋਧ ਕੀਤਾ ਜਾਵੇਗਾ, ਹਾਲਾਂਕਿ 2024 ਦੇ ਵਿੱਚ ਵੀ ਭਾਜਪਾ ਦੇ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ ਤੇ ਕਿਸਾਨਾਂ ਦਾ ਹਜੇ ਕੋਈ ਐਲਾਨ ਨਹੀਂ ਹੈ, ਕੋਈ ਰਾਜਨੀਤਿਕ ਦੇ ਵਿੱਚ ਆਉਣ ਦਾ ਕਿਸਾਨਾਂ ਦਾ ਕੋਈ ਵੀ ਐਲਾਨ ਨਹੀਂ ਹੈ। ਨਿਰਮਲ ਸਿੰਘ ਜੀ, ਮੇਰਾ ਅਗਲਾ ਕੁਐਸਚਨ ਤੁਹਾਨੂੰ ਇਹ ਹੈ, ਉਹ ਮੇਰੇ ਜ਼ਿਹਨ ਦੇ ਵਿੱਚ ਸੀ ਕੁਐਸਚਨ, ਹਾਲਾਂਕਿ ਉਹ ਕਿਸਾਨੀ ਖੇਤੀਬਾੜੀ ਬਿੱਲਾਂ ਦੇ ਨਾਲ ਰਿਲੇਟ ਨਹੀਂ ਕਰਦਾ, ਪਰ ਉਸ 'ਤੇ ਵੀ ਥੋੜ੍ਹੀ ਤੁਸੀਂ ਚਰਚਾ ਕਰਿਓ। ਜਿਵੇਂ ਕਿ ਕੋਈ ਮੁਲਾਜ਼ਮ ਆ, ਉਸ ਨੂੰ ਤਨਖਾਹ ਨਹੀਂ ਮਿਲਦੀ ਤੇ ਉਹ ਧਰਨਾ ਪ੍ਰਦਰਸ਼ਨ ਕਰ ਲੈਂਦਾ, ਤੇ ਜੇ ਕਿਸੇ, ਕਹਿ ਲਓ ਆਪਾਂ ਫਰਮ ਦੀ ਗੱਲ ਕਰ ਲਈਏ, ਕਿਸੇ ਇੰਡਸਟਰੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਉਸ ਨੂੰ ਵੀ ਪੂਰਨ ਤੌਰ ਤੇ ਇੰਸ਼ੋਰੈਂਸ ਮਿਲ ਜਾਂਦਾ। ਜਦੋਂ ਕਿਸਾਨ ਦੀ ਫਸਲ ਜਲ ਜਾਂਦੀ ਹੈ ਤਾਂ ਕਿਸਾਨ ਉਸ ਦੇ ਵਿੱਚ ਕੀ ਕਰੇ, ਉਸ ਨੂੰ ਕੀ ਕਰਨਾ ਚਾਹੀਦਾ, ਇਸ 'ਤੇ ਵੀ ਥੋੜ੍ਹੀ ਚਰਚਾ ਕਰਿਓ। ਦੇਖੋ, ਇਹ ਜਦੋਂ ਕਿਸਾਨ ਦੀ ਫਸਲ ਖਰਾਬ ਹੁੰਦੀ ਹੈ, ਉਹਦਾ ਖਰਾਬਾ ਕਿਸਾਨ ਵੱਲੋਂ ਗਵਰਨਮੈਂਟ ਵੱਲੋਂ ਕਰਾਇਆ ਜਾਂਦਾ। ਪਟਵਾਰੀ ਕਰਦੇ ਨੇ, ਕਾਨੂੰਗੋ ਕਰਦੇ ਨੇ, ਉਹਦਾ ਇੱਕ ਬਣਦਾ ਮੁਆਵਜ਼ਾ ਜਿਹੜਾ ਉਹ ਦੇਣ ਦੀ ਪ੍ਰਕਿਰਿਆ ਗਵਰਨਮੈਂਟ ਦੀ ਹੈ। ਇੰਸ਼ੋਰੈਂਸ ਵੀ ਹੋਣੀ ਚਾਹੀਦੀ ਹੈ, ਮੈਂ ਇਹਦੇ ਨਾਲ ਵੀ ਸਹਿਮਤ ਹੈ, ਪਰ ਇਹਦਾ ਤਾਂ ਸਮੁੱਚੇ ਤੌਰ ਤੇ ਗਵਰਨਮੈਂਟ ਨੂੰ ਆਪ ਹੀ ਸੰਗਿਆਨ ਲੈ ਲੈਣਾ ਚਾਹੀਦਾ। ਜਦੋਂ ਕਿਸਾਨ ਦੀ ਫਸਲ ਮੰਡੀਆਂ 'ਚ ਜਾਂਦੀ ਹੈ, ਉਹਦੇ 'ਤੇ ਕੁਝ ਟੈਕਸ ਮੰਡੀਆਂ ਦੇ ਰੂਪ ਦੇ ਵਿੱਚ ਮੰਡੀਆਂ 'ਚ ਲੱਗਦਾ ਹੈ। ਮੇਰਾ ਹਿਸਾਬ ਹੈ ਵੀ 50 ਰੁਪਏ, 100 ਰੁਪਏ ਜਾਂ 10 ਰੁਪਏ, 20 ਰੁਪਏ, ਜੋ ਵੀ ਗਵਰਨਮੈਂਟ ਤੈਅ ਕਰਦੀ ਹੈ ਕਿਸਾਨਾਂ ਦੀ ਜਥੇਬੰਦੀਆਂ ਨਾਲ ਸਲਾਹ ਕਰਕੇ, ਉਹ ਪਹਿਲਾਂ ਹੀ ਉਹਦੇ 'ਚ ਕੱਟ ਕੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਖਰਾਬ ਦੇ ਰੂਪ ਦੇ ਵਿੱਚ ਮੁਆਵਜ਼ੇ ਦੇ ਵਿੱਚ ਹੱਲ ਕਰਨਾ ਚਾਹੀਦਾ। ਇਹ ਗਵਰਨਮੈਂਟ ਦਾ ਫਰਜ਼ ਬਣਦਾ ਹੈ। ਮੈਂ ਇਹਦੇ ਨਾਲ ਸਹਿਮਤ ਹਾਂ ਵੀ ਹੋਣਾ ਚਾਹੀਦਾ। ਜੀ ਬਿਲਕੁਲ। ਤੇ ਦੂਜੀ ਗੱਲ ਇਹ ਹੈ ਕਿ ਖੇਤੀ ਕਾਨੂੰਨਾਂ ਦਾ ਕਿਸਾਨ ਅੱਜ ਦੇ ਸਮੇਂ ਦੇ ਵਿੱਚ ਪੂਰੇ ਤੌਰ ਤੇ ਵਿਰੋਧ ਕਰ ਰਹੇ ਨੇ। ਹਾਲਾਂਕਿ 1 ਸਾਲ ਹੀ ਹੋਇਆ ਖੇਤੀ ਕਾਨੂੰਨਾਂ ਨੂੰ ਆਏ ਨੂੰ, ਤੇ ਉਹ ਪੂਰਨ ਤੌਰ ਤੇ ਹਜੇ ਲਾਗੂ ਨਹੀਂ ਹੋਏ। ਪਹਿਲਾਂ ਦਾ ਸਿਸਟਮ ਜੋ ਹੈ ਕਿਸਾਨ ਚਾਹੁੰਦੇ ਨੇ ਕਿ ਉਸੇ ਤਰ੍ਹਾਂ ਚੱਲੀ ਜਾਵੇ। ਤੇ ਅਗਲਾ ਕੁਐਸਚਨ ਮੇਰਾ ਇਹ ਹੈ ਕਿ ਮੰਨ ਲਓ ਖੇਤੀ ਕਾਨੂੰਨ ਰੱਦ ਹੋ ਜਾਂਦੇ ਨੇ ਤਾਂ ਜੋ ਪੰਜਾਬ ਦੀ ਸਥਿਤੀ ਹੈ, ਅਕਸਰ ਹੀ ਆਪਾਂ ਦੇਖਦੇ ਹਾਂ ਕਿ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਕਿਸਾਨ ਜੋ ਹਨ ਖੁਦਕੁਸ਼ੀਆਂ ਕਰ ਲੈਂਦੇ ਨੇ। ਤੇ ਸਪੋਜ਼ ਕਰੋ ਕਿ ਖੇਤੀ ਕਾਨੂੰਨ ਰੱਦ ਹੋ ਜਾਂਦੇ ਨੇ, ਕਿ ਫਿਰ ਖੁਦਕੁਸ਼ੀਆਂ ਦਾ ਦੌਰ ਰੁਕ ਜਾਊਗਾ, ਕਿ ਫਿਰ ਕਿਸਾਨ ਖੁਸ਼ ਹੋ ਜਾਵੇਗਾ? ਨਹੀਂ, ਇਹਦੇ ਨਾਲ ਮੈਂ ਮਤਲਬ ਨਹੀਂ ਸਹਿਮਤ। ਪਹਿਲੀ ਗੱਲ ਤਾਂ ਇਹ ਵੀ ਕਿਸਾਨਾਂ ਦੀ ਹਾਲਤ ਹੈ ਜਿਹੜੀ ਉਹ ਖੇਤੀ ਕਾਨੂੰਨ ਤੋਂ ਪਹਿਲਾਂ ਹੀ ਬਦਤਰ ਸੀ। ਖੇਤੀ ਕਾਨੂੰਨ ਲਾਗੂ ਹੋਣ ਨਾਲ ਵੱਧ ਤੋਂ ਬਦਤਰ ਹੋਰ ਹੋ ਜਾਣੀ ਆ। ਤਾਂ ਸਾਨੂੰ ਤਾਂ ਇਹ ਖੇਤੀ ਕਾਨੂੰਨ ਖਤਮ ਹੋਣ ਤੋਂ ਬਾਅਦ ਜਦੋਂ ਇਹ ਰਿਵੀਲ ਹੋ ਜਾਣਗੇ, ਇਹਨਾਂ ਨੂੰ ਕਾਨੂੰਨਾਂ ਨੂੰ ਵਾਪਸ ਲੈ ਲਊਗੀ ਗਵਰਨਮੈਂਟ, ਸਾਨੂੰ ਤਾਂ ਉਹ ਤੋਂ ਬਾਅਦ ਸਵਾਮੀਨਾਥਨ ਰਿਪੋਰਟ ਤੇ ਹੱਲ ਕਰਾਉਣ ਵਾਸਤੇ ਵੀ, MSP ਗਰੰਟੀ ਕਾਨੂੰਨ ਹੱਲ ਕਰਾਉਣ ਵਾਸਤੇ ਵੀ ਅੱਗੇ ਸੰਘਰਸ਼ ਲੜਨਾ ਪੈਣਾ। ਤੇ ਸਾਨੂੰ ਆਪਸੀ ਭਾਈਚਾਰਾ ਮਿਲਾ ਕੇ ਵੀ ਸਾਨੂੰ ਆਪਣੇ ਪੱਧਰ ਤੇ ਵੀ ਇਹਦੇ ਬਹੁਤ ਹੱਲ ਕਰਨੇ ਪੈਣੇ ਆ। ਇਹ ਖੇਤੀ ਕਾਨੂੰਨ ਰੱਦ ਹੋਣ ਨਾਲ ਕਿਸਾਨਾਂ ਦੀ ਹਾਲਤ ਸੁਧਰ ਜੂਗੀ।
ਇਹ ਤਾਂ ਆਪਾਂ ਕਹਿ ਨਹੀਂ ਸਕਦੇ। ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਬੜਾ ਕੰਮ ਕਰਨ ਦੀ ਲੋੜ ਹੈ। ਜੀ ਬਿਲਕੁਲ ਨਿਰਮਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ।